ਧੰਨ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬ ਨਿਵਾਜ, ਮੁੱਲ ਖਰੀਦੀ ਲਾਲਾ ਗੋਲਾ। ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ। ਜਿਤ ਲਾਇਆ ਤਿਤ ਲਾਗਾ, ਅਨੇਕ ਜਨਮ ਪਾਪ ਕਰ ਭਰਮੇ। ਹੁਣ ਤੋ ਸਰਨਾਗਤ ਆਏ, ਦਇਆ ਕਰੋ ਰਖ ਲੇਵੋ ਹਰ ਜੀਓ। ਹਮ ਲਾਗੈ ਸਤਿਗੁਰ ਪਾਏ, ਦਇਆ ਕਰੋ ਰਖ ਲੇਵੋ ਹਰ ਜੀਓ। ਹਮ ਲਾਗੈ ਸਤਿਗੁਰ ਪਾਏ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਪਤਿਤ ਪਾਵਨ ਕਿਰਪਾ ਨਿਧਾਨ ਵਾਲੀਏ ਕੁਲ ਆਲਮ। ਗਿਆਨ ਦੇ ਸਾਗਰ ਗੁਰਬਾਣੀ ਦੇ ਮੁਜੱਸਮੇ ਸਰਵਰੇ ਕਾਇਨਾਤ, ਦੀਨ ਦੁਨੀਆ ਦੇ ਪਾਤਸ਼ਾਹ, ਦੀਨ ਦੁਨੀਆ ਦੇ ਰਹਿਬਰ, ਸਮੁੱਚੀ ਮਾਨਵਤਾ ਦੀ ਇਕਲੌਤੀ ਆਸ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਸੰਤਾਂ ਦੇ ਸੰਤ, ਹਾਜ਼ਰ ਨਾਜ਼ਰ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਰਗਾਹ ਦੇ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ। ਵੱਡੇ ਭਾਗ ਨੇ ਸਾਡੇ ਸਾਰਿਆਂ ਦੇ ਜੋ ਨੌਵੇਂ ਨਾਨਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਜੀਵਨ ਦੀਆਂ ਇਹ ਘੜੀਆਂ ਸਫਲੀਆਂ ਕਰ ਰਹੇ ਹਾਂ। ਸਦ ਸੰਗਤ, ਤੁਸੀਂ ਹਰ ਰੋਜ਼ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੈਠਦੇ ਹੋ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਅੰਦਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਉਂਦਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ, ਮੈਂ ਉਹਦੇ ਤੋਂ ਕੁਰਬਾਨ ਜਾਨਾ ਹਾਂ, ਮੈਂ ਉਹਦੇ ਤੋਂ ਬਲਹਾਰ ਜਾਨਾ ਹਾਂ, ਮੈਂ ਉਹਦੇ ਤੋਂ ਵਾਰਨੇ ਜਾਨਾ ਹਾਂ
ਜਿਹੜਾ ਹਰ ਰੋਜ਼ ਗੁਰਦੁਆਰੇ ਆ ਕੇ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੈ, ਆਪਣੇ ਗੁਰੂ ਦੀ ਗੋਦ ਦੇ ਵਿੱਚ ਬੈਠਦਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੈਂ ਉਹਦੇ ਤੋਂ ਬਲਹਾਰ ਹਾਂ, ਮੈਂ ਉਹਦੇ ਤੋਂ ਵਾਰਨੇ ਜਾਨਾ ਹਾਂ, ਮੈਂ ਉਹਦੇ ਤੋਂ ਕੁਰਬਾਨ ਜਾਨਾ ਹਾਂ, ਜਿਹੜਾ ਹਰ ਰੋਜ਼ ਗੁਰਦੁਆਰਾ ਸਾਹਿਬ ਆ ਕੇ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੈ। ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਸਤਿਗੁਰ ਦਰਸ਼ਨ ਧਨ ਹੈ, ਧਨ ਧਨ ਗੁਰਸਿੱਖ ਪਰਸਣ ਆਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਗੁਰੂ ਦੇ ਦਰਸ਼ਨ ਧਨ ਆ ਤੇ ਧਨਤਾ ਦੇ ਯੋਗ ਹੈ ਉਹ ਗੁਰਸਿੱਖ, ਜਿਹੜਾ ਗੁਰਸਿੱਖ ਹਰ ਰੋਜ਼ ਗੁਰਦੁਆਰੇ ਆ ਕੇ ਆਪਣੇ ਗੁਰੂ ਦੇ ਦਰਸ਼ਨ ਕਰਦਾ ਹੈ। ਸਾਧ ਸੰਗਤ, ਸਾਡੇ ਸਭ ਦੇ ਵੱਡੇ ਭਾਗ ਨੇ ਜੋ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਾਂ। ਮੇਰੇ ਤੋਂ ਪਹਿਲਾਂ ਆਪ ਸਰਬੱਤ ਸੰਗਤਾਂ ਨੇ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਬੜੇ ਪਿਆਰ ਦੇ ਨਾਲ, ਬੜੀ ਭਾਵਨਾ ਦੇ ਨਾਲ ਆਸਾ ਦੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਸ਼ਬਦ ਵਿਚਾਰ ਦਾ। ਜਿਸ ਪਾਵਨ ਪਵਿੱਤਰ ਸ਼ਬਦ ਦਾ ਪਾਠ ਹੁਣੇ ਹੁਣੇ ਆਪਾਂ ਸਾਡੇ ਬਹੁਤ ਸਤਿਕਾਰਯੋਗ ਹੈਡ ਗ੍ਰੰਥੀ ਗਿਆਨੀ ਹਰਨਾਮ ਸਿੰਘ ਜੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਤਿੰਨਾਂ ਪਾਸੋਂ ਸਰਵਣ ਕੀਤਾ ਹੈ। ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਆਸਾ ਰਾਗ ਦੇ ਅੰਦਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅੰਗ 349 ਤੇ ਸੁਭਾਏਮਾਨ ਹੈ। ਆਓ ਸਾਧ ਸੰਗਤ, ਪਿਆਰ ਦੇ ਨਾਲ ਇਸ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਪ੍ਰਾਰੰਭ ਕਰੀਏ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਕੀ ਉਪਦੇਸ਼, ਕੀ ਸਿੱਖਿਆ ਬਖਸ਼ਿਸ਼ ਕਰ ਰਹੇ ਨੇ। ਵਿਚਾਰਾਂ ਦੀ ਪ੍ਰਾਰੰਭਤਾ ਕਰਨ ਤੋਂ ਪਹਿਲਾਂ ਕਲਗੀਧਰ ਪਾਤਸ਼ਾਹ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਇੱਕੋ ਵਾਰੀ ਕਹਿਣ ਤੇ ਫਤਿਹ ਪ੍ਰਵਾਨ ਕਰੋ ਜੀ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸਾਧ ਸੰਗਤ, ਆਸਾ ਰਾਗ ਹੈ ਤੇ ਮਹੱਲਾ ਪਹਿਲਾ ਅੱਜ ਦਾ ਇਹ ਜੋ ਪਾਵਨ ਸ਼ਬਦ ਹੈ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਉਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਬਾਰੇ ਹਕੀਮ ਜੋਗੀ ਅੱਲਾ ਯਾਰਖਾਂ ਕਹਿੰਦਾ ਏ, यूं तो हुए हैं बहुत से रहनुमा इस जहां में, यूं तो हुए हैं बहुत से रहनुमा इस जहां में, नबी वली औलिये इस जहां में, यूं तो हुए हैं बहुत से पारसा इस जहां में, जिन्हें भेजता है खुद खुदा इस जहां में, फकत उनके पैरू उनको जानते हैं, मगर हे गुरु नानक तुझको सारे रब मानते हैं। जोगी अल्लाह यारखा कहंदा, गुरु नानक साहब तो पहला इस संसार दे उत्ते बड़े पैगंबर आए, पर जिन्ने भी पैगंबर धन साहब श्री गुरु नानक देव सच्चे पातशाह महाराज जी तो पहला इस संसार दे उत्ते आए, उन्हां नूं केवल ते केवल ਉਹਨਾਂ ਦੇ ਧਰਮ ਦੇ ਲੋਕ ਯਾਦ ਕਰਦੇ ਨੇ। ਇੱਕ ਬਾਬਾ ਨਾਨਕ ਹੈ ਜਿਹਨੂੰ ਪੂਰੀ ਦੁਨੀਆ ਯਾਦ ਕਰਦੀ ਏ। ਇੱਕ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿਨ੍ਹਾਂ ਨੂੰ ਪੂਰਾ ਸੰਸਾਰ ਯਾਦ ਕਰਦਾ ਹੈ। ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਗੰਗ ਬਨਾਰਸ ਹਿੰਦੂਆਂ
मुसलमाना मक्का काबा, घर घर बाबा गाविए, वजन ताल मृदंगर बाबा, भगत वशल होए आया, पतत उदाहरण अजब अजाबा, हुक्मै अंदर सब को, कुदरत किस दी करे जवाबा। ते अंत दे विच भाई गुरदास साहब कहंदे ने, या हर पीर जगत गुर बाबा। साध संगत, अज दा ये पावन शब्द धन साहब श्री गुरु नानक देव सच्चे पातशाह महाराज जी का उचारण किया होया है। धन साहब श्री गुरु नानक देव सच्चे पातशाह महाराज शब्द दियां अरंभलियां तुक्कां दे विच बख्शिश करते ने। महाराज कहंदे ने, जे दर मांगत कूक करे, महली खसम सुने, भावें धीरक भावें धक्के, एक वडाई दे। साध संगत, ये जो शब्द दियां अरंभलियां तुक्कां ने, एक वारी आपां रल मिल के इन्हां अरंभलियां तुक्कां दा गायन करांगे। दास अगे अगे बोलेगा ते तुसी सारिआं ने पिछे पिछे उच्ची आवाज दे नाल बोलना है। वेखो जी, मैं बेनती करां, गुरबाणी नूं गाउण दा बहुत वड्डा महात्म है। जदों भी गुरबाणी नूं गाउण दी गल आवे ना, ते उच्ची आवाज दे नाल गुरबाणी नूं गाउणा चाहीदा है, क्योंकि गुरबाणी नूं गाउण दा बहुत वड्डा महात्म है। जिथे गुरबाणी पढ़न दा महात्म है, गुरबाणी नूं सुणन दा महात्म है, उथे गुरबाणी नूं गाउण दा भी बहुत वड्डा महात्म है। जदों आपां पावन बाणी पढ़दे हां, सतगुरु पातशाह जी पावन बाणी दे अंदर किरपा करदे ने। महाराज कहंदे ने, गुरबाणी गावे भाई, ओ सफल सदा सुखदाई। महाराज कहंदे ने, जेड़े उच्ची आवाज दे नाल गुरबाणी गाउंदे ने, गुरबाणी दा गायन करदे ने, पातशाह कहंदे उन्हां दा जीवन सफला हो जांदा है ते उन्हां दी जिंदगी जेड़ी है सुखां दे नाल भर जांदी है। गुरु साहब दी बाणी दे बचन ने, गुरबाणी गावे भाई, ओ सफल सदा सुखदाई। जा महाराज ने बाणी दे विच कहा, प्रभ बाणी शब्द सुभाखिया, गावो सुनो पढ़ो नित भाई, गुर पूरे तू राखिया भाई। जे गुरबाणी नूं गायन करेगा ते हमेशा ही पूरे गुरु दी किरपा जेड़ी है वो तेरे उत्ते बनी रहेगी। ते जे असी चाहुंदे आ पूरे गुरु दी किरपा साडे उत्ते बनी रवे, ते साध संगत तुसी सारे किरपा करो, रल मिल के आपां शब्द दियां पहलियां तुक्कां जेड़ियां ने वो गायन करनियां ने। जे दर मांगत कूक करे, 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 महली खसम सुने, महली खसम सुने, महली खसम सुने, महली खसम सुने, भावें तीरक भावें तके, भावें तीरक भावें तके, एक वडाई दे, एक वडाई दे, एक वडाई दे, एक वडाई दे। सद संगत, धन गुरु नानक साहब महाराज
ਸ਼ਬਦ ਦੀ ਆਰੰਭਲੀ ਤੁਕ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਕੋਈ ਮੰਗਤਾ ਬਣ ਕੇ ਗੁਰੂ ਦੇ ਦਰ ਦੇ ਉੱਤੇ ਆ ਕੇ ਗੁਰੂ ਅੱਗੇ ਅਰਦਾਸ ਕਰੇ, ਗੁਰੂ ਅੱਗੇ ਜੋਦੜੀ ਕਰੇ, ਗੁਰੂ ਅੱਗੇ ਪੁਕਾਰ ਕਰੇ, ਮਹਿਲੀ ਖਸਮ ਸੁਣੇ, ਤੇ ਗੁਰੂ ਉਹਦੀ ਜੋਦੜੀ, ਗੁਰੂ ਉਹਦੀ ਅਰਦਾਸ, ਗੁਰੂ ਉਹਦੀ ਪੁਕਾਰ ਸੁਣਦਾ ਹੈ, ਗੁਰੂ ਸਰਵਣ ਕਰਦਾ ਹੈ। ਧਿਆਨ ਦੇਣਾ ਸਾਧ ਸੰਗਤ, ਸ਼ਬਦ ਦੀ ਪਹਿਲੀ ਪੰਕਤੀ ਦੇ ਵਿੱਚ ਮੰਗਤ ਸ਼ਬਦ ਆਇਆ ਹੈ। ਮੰਗਤ ਤੇ ਮੰਗਤ ਦਾ ਅਰਥ ਹੈ ਮੰਗਤਾ। ਮੰਗਤ ਦਾ ਅਰਥ ਹੈ ਮੰਗਤਾ। ਸਾਧ ਸੰਗਤ ਧਿਆਨ ਦੇਣਾ, ਕਈ ਵਾਰੀ ਸਾਡੇ ਘਰ ਦੇ ਵਿੱਚ ਨਾ, ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਗਰੀਬ ਮੰਗਤਾ ਮੰਗਣ ਵਾਸਤੇ ਆਉਂਦਾ ਹੈ। ਕਈ ਵਾਰ ਸਾਡੇ ਘਰ ਦੇ ਵਿੱਚ ਕੋਈ ਗਰੀਬ ਮੰਗਤਾ ਜਿਹੜਾ ਹੈ ਉਹ ਮੰਗਣ ਵਾਸਤੇ ਆਉਂਦਾ ਹੈ। ਉਹ ਸਾਡੇ ਕੋਲੋਂ ਧਨ ਮੰਗਦਾ ਹੈ, ਆਟਾ ਮੰਗਦਾ ਹੈ, ਰੋਟੀ ਮੰਗਦਾ ਹੈ, ਲੀੜਾ ਕੱਪੜਾ ਮੰਗਦਾ ਹੈ। ਤੇ ਧਿਆਨ ਦੇਣਾ ਜੀ, ਜਦੋਂ ਅਸੀਂ ਉਹਨੂੰ ਦੇਨੇ ਆ ਤੇ ਕਦੀ ਵੀ ਉਹਨੂੰ ਦੇਣ ਲੱਗਿਆ ਮਨ ਵਿੱਚ ਇਹ ਗੱਲ ਨਾ ਸੋਚਿਓ ਇਹ ਮੰਗਤਾ ਹੈ, ਮੈਂ ਦਾਤਾ ਹਾਂ, ਇਹ ਮੰਗ ਰਿਹਾ ਏ ਤੇ ਮੈਂ ਇਹਨੂੰ ਦੇ ਰਿਹਾ ਹਾਂ। ਨਹੀਂ ਸਾਧ ਸੰਗਤ, ਕੇਵਲ ਉਹ ਮੰਗਤਾ ਨਹੀਂ, ਇੱਥੇ ਤੇ ਮਹਾਰਾਜ ਨੇ ਕਿਹਾ ਸਾਰਾ ਸੰਸਾਰ ਹੀ ਮੰਗਤਾ ਹੈ, ਸਾਰਾ ਸੰਸਾਰ ਹੀ ਭਿਖਾਰੀ ਦੀ ਨਿਆਈ ਹੈ। ਪੜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਬਾਣੀ ਦੇ ਵਿੱਚੋਂ ਇੱਕ ਦੋ ਬਚਨ ਮੈਂ ਆਪ ਜੀ ਦੇ ਨਾਲ ਸਾਂਝੇ ਕਰਾਂਗਾ। ਮਹਾਰਾਜ ਕਹਿੰਦੇ, ਇੱਕ ਦਾਤਾ ਸਭ ਮੰਗਤੇ। ਮਹਾਰਾਜ ਕਹਿੰਦੇ ਦਾਤਾ ਇੱਕ ਹੀ ਹੈ, ਦਾਤਾ ਇੱਕ ਹੀ ਹੈ, ਉਹ ਅਕਾਲ ਪੁਰਖ ਪਰਮਾਤਮਾ, ਉਹ ਵਾਹਿਗੁਰੂ। ਪਾਤਸ਼ਾਹ ਕਹਿੰਦੇ ਇੱਕ ਦਾਤਾ ਸਭ ਮੰਗਤੇ, ਸਾਰਾ ਸੰਸਾਰ ਮੰਗਤੇ ਦੀ ਨਿਆਈ ਹੈ। ਸਭ ਕੋ ਦੇਵਨਹਾਰ, ਤੇ ਸਾਰਿਆਂ ਨੂੰ ਦੇਣ ਵਾਲਾ ਕੌਣ ਹੈ? ਸਾਰਿਆਂ ਨੂੰ ਦੇਣ ਵਾਲਾ ਉਹ ਪਰਮਾਤਮਾ ਹੈ, ਉਹ ਵਾਹਿਗੁਰੂ ਹੈ। ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭੇਖਾਰੀ ਜੀਓ। ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਓ। ਆਪਾਂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸ਼ਲੋਕ ਪੜ੍ਹਦੇ ਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ ਨੇ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ, ਇਹ ਜਿਹੜਾ ਸੰਸਾਰ ਹੈ ਇਹ ਮੰਗਤੇ ਦੀ ਨਿਆਈ ਹੈ, ਇਹ ਭਿਖਾਰੀ ਦੀ ਨਿਆਈ ਹੈ। ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਤੇ ਭਾਗਾ ਵਾਲਿਓ, ਇਹ ਸਾਰਾ ਸੰਸਾਰ ਮੰਗਦਾ ਕਿਹਦੇ ਕੋਲੋਂ ਹੈ? ਰੱਬ ਦੇ ਕੋਲੋਂ, ਪਰਮਾਤਮਾ ਦੇ ਕੋਲੋਂ। ਤੇ ਉਹ ਇੱਕੋ ਇੱਕ ਦਾਤਾ ਹੈ ਜਿਹੜਾ ਸਾਰੇ ਸੰਸਾਰ ਨੂੰ ਦਾਤਾਂ ਦੇ ਰਿਹਾ ਹੈ। ਮਹਾਰਾਜ ਕਹਿੰਦੇ ਨੇ, ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ। ਕੋਈ ਮੰਗਤਾ ਬਣ ਕੇ ਗੁਰੂ ਦੇ ਦਰ ਦੇ ਉੱਤੇ ਆਵੇ। ਵੇਖੋ ਜੀ, ਮੈਂ ਬੇਨਤੀ ਕਰਾਂ, ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਗੁਰੂ ਗ੍ਰੰਥ ਸਾਹਿਬ ਹੀ ਰੱਬ ਨੇ ਤੇ ਰੱਬ ਹੀ ਗੁਰੂ ਗ੍ਰੰਥ ਸਾਹਿਬ ਹੈ। ਫਿਰ ਬੇਨਤੀ ਸਰਵਣ ਕਰ ਲਿਓ, ਗੁਰੂ ਗ੍ਰੰਥ ਸਾਹਿਬ ਹੀ ਰੱਬ ਹੈ ਤੇ ਰੱਬ ਹੀ ਗੁਰੂ ਗ੍ਰੰਥ ਸਾਹਿਬ ਨੇ। ਮੈਂ ਨਹੀਂ ਕਹਿੰਦਾ, ਮਹਾਰਾਜ ਦੀ ਬਾਣੀ ਕਹਿੰਦੀ ਹੈ। ਪਾਤਸ਼ਾਹ ਕਹਿੰਦੇ, ਨਾਨਕ ਸੋਧੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰ ਗੋਬਿੰਦ, ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰੂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ। ਰੱਬ ਗੁਰੂ ਹੈ ਤੇ ਗੁਰੂ ਰੱਬ ਹੈ। ਕਹਿਣ ਤੋਂ ਭਾਵ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਰੱਬ ਨੇ। ਹੁਣ ਸਾਧ ਸੰਗਤ, ਮਹਾਰਾਜ ਕਹਿ ਰਹੇ ਨੇ, ਕੋਈ ਮੰਗਤਾ ਗੁਰੂ ਦੇ ਦਰ ਦੇ ਉੱਤੇ ਆ ਕੇ ਜੋਦੜੀ ਕਰਦਾ ਏ, ਅਰਦਾਸ ਕਰਦਾ ਏ, ਪੁਕਾਰ ਕਰਦਾ ਏ, ਤੇ ਗੁਰੂ ਉਹਦੀ ਪੁਕਾਰ ਨੂੰ ਸੁਣਦਾ ਏ, ਗੁਰੂ ਉਹਦੀ ਜੋਦੜੀ ਨੂੰ ਸੁਣਦਾ ਏ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਭਾਵੇਂ ਧੀਰਕ ਭਾਵੇਂ ਧੱਕੇ, ਏਕ ਵਡਾਈ ਦੇ। ਹੁਣ ਇਹ ਗੁਰੂ ਦੀ ਮਰਜ਼ੀ ਹੈ। ਗੁਰੂ ਨੇ ਉਹਨੂੰ ਹੌਸਲਾ ਦੇਣਾ ਏ,
ਉਹਨੂੰ ਧੀਰਜ ਦੇਣਾ ਏ ਕਿ ਉਹਨੂੰ ਧੱਕੇ ਮਾਰਨੇ ਨੇ। ਇਹ ਗੁਰੂ ਦੀ ਮਰਜ਼ੀ ਏ। ਗੁਰੂ ਨੇ ਉਹਨੂੰ ਹੌਸਲਾ ਦੇਣਾ ਏ, ਧੀਰਜ ਦੇਣਾ ਏ ਕਿ ਗੁਰੂ ਨੇ ਉਹਨੂੰ ਧੱਕੇ ਮਾਰਨੇ ਨੇ। ਸਾਧ ਸੰਗਤ, ਅਸੀਂ ਪੁਕਾਰ ਕਰਦੇ ਆ, ਪਰਮਾਤਮਾ ਨੇ ਪੁਕਾਰ ਸੁਣੀ ਤੇ ਸੁਣ ਲੈਣ ਦੇ ਵਿੱਚ ਹੀ ਵਡਿਆਈ ਹੈ। ਪਰਮਾਤਮਾ ਨੇ ਸਾਡੀ ਪੁਕਾਰ ਸੁਣੀ, ਸੁਣ ਲੈਣ ਦੇ ਵਿੱਚ ਹੀ ਵਡਿਆਈ ਹੈ। ਹੁਣ ਧਿਆਨ ਦੇਣਾ ਸਾਧ ਸੰਗਤ, ਸਾਡਾ ਸੁਭਾਅ ਪਤਾ ਕੀ ਹੈ? ਸਾਡਾ ਸੁਭਾਅ ਇਹ ਹੈ, ਅਸੀਂ ਗੁਰੂ ਸਾਹਿਬ ਦੇ ਅੱਗੇ ਖਲੋ ਕੇ ਪੁਕਾਰ ਕਰਦੇ ਆ, ਜੋਦੜੀ ਕਰਦੇ ਆ, ਅਰਦਾਸ ਬੇਨਤੀ ਕਰਦੇ ਆ। ਜੇ ਤੇ ਪੂਰੀ ਹੋ ਗਈ ਫਿਰ ਤੇ ਠੀਕ ਹੈ, ਫਿਰ ਸਾਡਾ ਗੁਰੂ ਨਾਲ ਪਿਆਰ ਹੈ, ਫਿਰ ਸਾਡਾ ਗੁਰੂ ਨਾਲ ਰਿਸ਼ਤਾ ਹੈ। ਤੇ ਮਾਫ ਕਰਨਾ ਜੀ, ਜੇ ਉਹ ਜੋਦੜੀ ਨਾ ਪੂਰੀ ਹੋਈ, ਜੇ ਪੁਕਾਰ ਨਾ ਪੂਰੀ ਹੋਈ, ਤੇ ਮਾਫ ਕਰਨਾ, ਫਿਰ ਅਸੀਂ ਗੁਰੂ ਦੇ ਦਰ ਨੂੰ ਛੱਡ ਕੇ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦੇ ਆ। ਥਾਂ ਥਾਂ ਤੇ ਭਟਕਣਾ ਸ਼ੁਰੂ ਕਰ ਦਿੰਦੇ ਆ। ਵੇਖੋ ਸਾਧ ਸੰਗਤ, ਜ਼ਿੰਦਗੀ ਦੇ ਵਿੱਚ ਸੁੱਖ ਵੀ ਆਉਣੇ ਨੇ ਤੇ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਣੇ ਨੇ। ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਆਉਣੀਆਂ ਨੇ, ਜ਼ਿੰਦਗੀ ਦੇ ਵਿੱਚ ਗਮੀਆਂ ਵੀ ਆਉਣੀਆਂ ਨੇ, ਗਮ ਵੀ ਆਉਣੇ ਨੇ। ਭਾਵੇਂ ਸੁੱਖ ਨੇ, ਭਾਵੇਂ ਦੁੱਖ ਨੇ, ਭਾਵੇਂ ਖੁਸ਼ੀਆਂ ਨੇ, ਭਾਵੇਂ ਗਮ ਨੇ, ਅਸੀਂ ਕੇਵਲ ਤੇ ਕੇਵਲ ਇੱਕ ਗੁਰੂ ਤੇ ਭਰੋਸਾ ਰੱਖਣਾ ਹੈ, ਇੱਕ ਪਰਮਾਤਮਾ ਤੇ ਭਰੋਸਾ ਰੱਖਣਾ ਹੈ। ਪਰਮਾਤਮਾ ਦੀ ਭਗਤੀ ਕਰਨੀ ਹੈ, ਪਰਮਾਤਮਾ ਦੀ ਬੰਦਗੀ ਕਰਨੀ ਹੈ। ਇਹ ਨਹੀਂ ਵੀ ਜੇ ਪਰਮਾਤਮਾ ਨੇ ਅਰਦਾਸ ਸੁਣ ਲਈ ਤੇ ਫਿਰ ਪਰਮਾਤਮਾ ਨਾਲ ਰਿਸ਼ਤਾ ਰੱਖਣਾ ਹੈ, ਪਰਮਾਤਮਾ ਨਾਲ ਪਿਆਰ ਰੱਖਣਾ ਹੈ, ਤੇ ਜੇ ਪੁਕਾਰ ਨਹੀਂ ਸੁਣੀ ਤੇ ਫਿਰ ਅਸੀਂ ਪਰਮਾਤਮਾ ਨਾਲੋਂ ਆਪਣਾ ਰਿਸ਼ਤਾ ਤੋੜ ਲੈਣਾ ਹੈ, ਆਪਣਾ ਜਿਹੜਾ ਨਾਤਾ ਹੈ ਉਹ ਤੋੜ ਲੈਣਾ ਹੈ। ਮਾਫ ਕਰਨਾ ਸਾਧ ਸੰਗਤ, ਜੇ ਆਪਾਂ ਬੀਬੀ ਸੁਲੱਖਣੀ ਦੀ ਗੱਲ ਕਰੀਏ, ਉਹ ਬੀਬੀ ਸੁਲੱਖਣੀ ਜਿਹੜੀ ਪਿੰਡ ਚੱਬੇ ਦੀ ਰਹਿਣ ਵਾਲੀ ਹੈ, ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਿੰਡ ਚੱਬੇ ਗਏ ਨਾ, ਤੇ ਬੀਬੀ ਸੁਲੱਖਣੀ ਨੂੰ, ਮਾਤਾ ਸੁਲੱਖਣੀ ਨੂੰ ਪਤਾ ਲੱਗਾ ਕਿ ਗੁਰੂ ਹਰਗੋਬਿੰਦ ਸਾਹਿਬ ਸਾਡੇ ਪਿੰਡ ਨੂੰ ਭਾਗ ਲਾ ਰਹੇ ਨੇ, ਸਾਡੇ ਨਗਰ ਨੂੰ ਭਾਗ ਲਾ ਰਹੇ ਨੇ। ਮਹਾਰਾਜ ਦੇ ਕੋਲ ਗਈ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੇ ਤੇ ਅਰਦਾਸ ਕੀਤੀ। ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਮਾਤਾ ਸੁਲੱਖਣੀ ਨੇ ਅਰਦਾਸ ਕੀਤੀ। ਅਰਦਾਸ ਕੀ ਕੀਤੀ? ਸੱਚੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ, ਨਾਮ ਸੁਲੱਖਣੀ ਵਸਦੀਆਂ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਇਹ ਅਰਦਾਸ ਕੀਤੀ ਜੀ ਮਾਤਾ ਸੁਲੱਖਣੀ ਨੇ। ਤੇ ਜਦੋਂ ਅਰਦਾਸ ਕੀਤੀ, ਗੁਰੂ ਹਰਗੋਬਿੰਦ ਸਾਹਿਬ ਪਤਾ ਕੀ ਆਂਦੇ? ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸੁਲੱਖਣੀਏ ਤੇਰੇ ਕਰਮਾਂ ਚ ਪੁੱਤ ਹੈ ਨਹੀਂ, ਤੇਰੇ ਕਰਮਾਂ ਚ ਪੁੱਤ ਹੈ ਨਹੀਂ। ਜਿਹੜਾ ਪੁੱਤ ਵਾਲਾ ਖਾਨਾ ਰੱਬ ਨੇ ਖਾਲੀ ਰੱਖਿਆ, ਪੁੱਤ ਵਾਲਾ ਖਾਨਾ ਰੱਬ ਨੇ ਖਾਲੀ ਰੱਖਿਆ, ਜਾ ਚਲੀ ਜਾ। ਤੇਰੇ ਕਰਮਾਂ ਚ, ਤੇਰੇ ਭਾਗਾਂ ਵਿੱਚ ਪੁੱਤਰ ਦੀ ਦਾਤ ਨਹੀਂ ਆ। ਹੁਣ ਸਾਧ ਸੰਗਤ, ਸਾਡੇ ਵਰਗਾ ਹੁੰਦਾ ਨਾ, ਸਾਡੇ ਵਰਗਾ ਹੁੰਦਾ ਤੇ ਸਾਡੇ ਵਰਗਾ ਹੁੰਦਾ ਤੇ ਗੁਰੂ ਦੇ ਦਰ ਨੂੰ ਛੱਡ ਕੇ ਥਾਂ ਥਾਂ ਤੇ ਭਟਕਣ ਲੱਗ ਪੈਂਦਾ। ਪਰ ਵੇਖੋ ਮਾਤਾ ਸੁਲੱਖਣੀ ਦਾ ਪਿਆਰ, ਵੇਖੋ ਮਾਤਾ ਸੁਲੱਖਣੀ ਦਾ ਭਰੋਸਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨਾ ਤੇਰੇ ਕਰਮਾਂ ਚ ਪੁੱਤ ਹੈ ਨਹੀਂ, ਪੁੱਤ ਵਾਲਾ ਖਾਨਾ ਰੱਬ ਨੇ ਖਾਲੀ ਰੱਖਿਆ, ਤੇ ਅਗਲੇ ਦਿਨ ਫਿਰ ਮਾਤਾ ਸੁਲੱਖਣੀ ਆ ਗਈ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ। ਅਗਲੇ ਦਿਨ ਫੇਰ ਆ ਗਈ, ਫੇਰ ਆ ਕੇ ਅਰਦਾਸ ਕਰ ਦਈਏ, ਸੱਚੀਏ ਦਾੜੀਏ ਚਿੱਟੀਏ ਪੱਗੇ, ਅਰਜ ਕਰੇਂਦੀਆਂ ਗੁਰੂ ਹਰਗੋਬਿੰਦ ਅੱਗੇ, ਨਾਮ ਸੁਲੱਖਣੀ ਵਸਦੀਆਂ ਚੱਬੇ, ਅਫਲ ਜਾਂਦੀ ਨੂੰ ਕੋਈ ਫਲ ਲੱਗੇ। ਜਦੋਂ ਫਿਰ ਅਰਦਾਸ ਕੀਤੀ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਸੁਲੱਖਣੀਏ ਤੈਨੂੰ ਕੱਲ ਕਿਹਾ ਸੀ ਤੇਰੇ ਕਰਮਾਂ ਵਿੱਚ ਪੁੱਤ ਹੈ ਨਹੀਂ, ਪੁੱਤ ਵਾਲਾ ਖਾਨਾ ਰੱਬ ਨੇ ਖਾਲੀ ਰੱਖਿਆ, ਤੇ ਤੂੰ ਅੱਜ ਫੇਰ ਆ ਗਈ। ਭਾਗਾਂ ਵਾਲਿਓ, ਸੱਚ ਜਾਣਿਓ, ਗੱਲ ਪਿਆਰ ਦੀ ਹੈ, ਗੱਲ ਭਰੋਸੇ ਦੀ ਹੈ। ਮਾਤਾ ਸੁਲੱਖਣੀ ਅੱਜ ਖਾਲੀ ਹੱਥ ਨਹੀਂ, ਅੱਜ ਹੱਥ ਵਿੱਚ ਕਲਮ ਹੈ, ਦਵਾਤ ਹੈ, ਕਾਗਜ਼ ਹੈ, ਸਾਰਾ ਕੁਝ ਗੁਰੂ ਹਰਗੋਬਿੰਦ ਸਾਹਿਬ ਨੂੰ ਫੜਾ ਦਿੱਤਾ। ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੀ ਹੈ, ਮਹਾਰਾਜ ਤੁਸੀਂ ਕਹਿੰਦੇ ਹੋ ਮੇਰੇ ਕਰਮਾਂ ਵਿੱਚ ਪੁੱਤ ਹੈ ਨਹੀਂ, ਪੁੱਤ ਵਾਲਾ ਖਾਨਾ ਰੱਬ ਨੇ ਖਾਲੀ ਰੱਖਿਆ। ਮਹਾਰਾਜ ਉੱਥੇ ਵੀ ਮੇਰੇ ਕਰਮ ਤੁਸੀਂ ਲਿਖੇ ਨੇ, ਇੱਥੇ ਵੀ ਮੇਰੇ ਕਰਮ ਤੁਸੀਂ ਲਿਖਣੇ ਨੇ। ਜੇ ਉੱਥੇ ਮੇਰੇ ਕਰਮਾਂ 'ਚ ਤੁਸੀਂ ਪੁੱਤਰ ਦੀ ਦਾਤ ਨਹੀਂ ਲਿਖੀ, ਤੇ ਮਹਾਰਾਜ ਹੁਣ ਕਿਰਪਾ ਕਰੋ, ਹੁਣ ਮੇਰੇ ਕਰਮਾਂ ਵਿੱਚ ਪੁੱਤਰ ਦੀ ਦਾਤ ਲਿਖ ਦਿਓ।
सच जाणियो भागां वालिओ साडा इतिहास कहंदा जिस मां सुलखणी ने गुरु हरगोबिंद साहब दे कोलों एक पुत मंगिया उस दीन दुनिया दे मालक गुरु हरगोबिंद साहब ने 7 पुत दे के नवाजिया माता सुलखणी नूं 7 पुत दे के 7 पुत दे के नवाजिया जी। गल भरोसे दी है, गल भरोसे दी। जे महाराज ने साडी पुकार सुन लई ते साडा प्यार है, असी महाराज नाल जुड़े हां, असी रब दी भगती करदे हां, परमात्मा दी भगती करदे हां। ते जे पुकार ना सुनी ते सच जाणिओ साध संगत असी रब नालों रिश्ता तोड़ दिंने आ, नाता तोड़ लैने आ, साडा प्यार फिक्का पै जांदा है। नहीं भागां वालिओ, जे सुख है तां भी रब दी भगती करनी है, जे दुख है तां भी रब दी भगती करनी है, जे खुशियां ने तां भी रब नूं चेते करना है, ते जे जीवन विच कोई गम आ गया तां भी रब दी भगती करनी है, तां भी परमात्मा दी भगती करनी है। आपां पावन बाणी पढ़दे हां जी, महाराज दी बाणी दे बचन ने। महाराज कहंदे गुरमुख होए सो भाणा मन्ने, सहजे हर रस पीजै। जेड़ा गुरमुख है ना ਉਹ ਰੱਬ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ ਏ, ਉਹ ਸੁੱਖ ਵਿੱਚ ਵੀ ਰੱਬ ਨੂੰ ਚੇਤੇ ਰੱਖਦਾ ਏ। ਵੱਡੇ ਤੋਂ ਵੱਡਾ ਦੁੱਖ ਆ ਜਾਵੇ ਉਹ ਪਰਵਾਹ ਨਹੀਂ ਕਰਦਾ, ਉਹ ਦੁੱਖ ਵਿੱਚ ਵੀ ਰੱਬ ਦੀ ਭਗਤੀ ਕਰਦਾ ਹੈ, ਦੁੱਖ ਵਿੱਚ ਵੀ ਪ੍ਰਮਾਤਮਾ ਦੀ ਭਗਤੀ ਕਰਦਾ ਹੈ। ਜਿਹਨੂੰ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ। ਜਦੋਂ ਗੁਰੂ ਦਿਆਲ ਹੋ ਜਾਂਦਾ ਏ ਫਿਰ ਬੰਦਾ ਵੱਡੇ ਤੋਂ ਵੱਡੇ ਦੁੱਖ ਦੀ ਪਰਵਾਹ ਨਹੀਂ ਕਰਦਾ। ਹੁਣ ਸਾਧ ਸੰਗਤ जे आपां धन साहिब श्री गुरु अर्जन देव सच्चे पातशाह महाराज जी की गल करिए, एक समा वो है जदों गुरु अर्जन देव सच्चे पातशाह महाराज जी दे सीस दे उत्ते चवर झूलदे ने, छतर झूलदे ने। महाराज उदों भी रब नूं याद करदे ने, परमात्मा नूं याद करदे ने। ते सच जाणिओ जे अज महाराज तत्ती तवी दे उत्ते बैठे ने ते महाराज रब नूं कोई मेहना नहीं मार रहे, रब नाल पातशाह कोई गिला नहीं कर रहे, बल्कि तत्ती तवी ते बह के भी महाराज कह रहे ने तेरा किया मीठा लागै, हर नाम पदार्थ नानक मांगै। जे सुख देता तुझे अराधी, दुख भी तुझे ध्याई। जे भुख देता इत ही राजा, दुख विच सूख मनाई। भागां वालिओ, साडे घर विच माड़ा जिहा दुख आ जावे असी कहण लग पैने आ हाय दुख आ गया, हाय दुख आ गया, मैं दुखी हो गया। कमाल दी गल है, धन साहिब श्री गुरु अर्जन देव महाराज तत्ती तवी ते बैठे ने ते तत्ती तवी ते बह के की कह रहे ने दुख नाही सब सुख ही है रे, एक है एक ही नेता, बुरा नहीं सब भला ही है रे, हार नहीं सब जेते। तेरा किया मीठा लागै, हर नाम पदार्थ नानक मांगे। इत्थे ही बस नहीं साध संगत, जे आपां गुरु गोबिंद सिंह साहब की गल करिए ना, कलगीधर पातशाह महाराज की गल करिए, वेखो जदों आनंदपुर कोल सी उदों भी महाराज रब की भगती करते ने। जदों महाराज आनंदपुर की धरती ते तखत ते बहिंदे ने, चौर झुलदे ने, उदों भी महाराज रब की भगती करते ने। जदों पातशाह दे चारे पुत कोल ने उदों भी महाराज रब की भगती करते ने। जदों जान तो प्यारे सिंह कोल ने उदों भी महाराज रब की भगती करते ने। कमाल दी गल है साध संगत, आनंदपुर चलिया गया, आनंदपुर चलिया गया, गुरु गोबिंद सिंह सच्चे पातशाह महाराज दे लाल शहीद हो गए, जान तो प्यारे सिंह शहीद हो गए, ते महाराज रब नाल कोई गिला नहीं करते। महाराज अज भी रब की भगती करते ने, अज भी परमात्मा दी भगती करते ने। बकायदा जोगी अल्लाह यार खान ने लिखिया, वो कहंदा कुछ लेट गए खाक पर जी पोश बिछाकर, पहरा देने लगे कई तलवार उठाकर, गोविंद पी शबबाश हुए खेमे में जाकर, देखा तो बैठे हैं गर्दन को झुकाकर, वाहे गुरु है मुख से निकलता, तू ही तू है मुख से निकलता। जब 1.5 घड़ी रात गई जिक्रे खुदा में, खेमे से निकल आए सरकार हवा में, कदमों से टहलते थे मगर दिल था दुआ में, बोले ए खुदावंत हूं खुश तेरी रजा में, करतार से कहते थे गोवा रूबरू होकर, कल जाऊंगा चमकौर से सरखरू होकर। थे 4 अब 2 ही, शायर जेपी ना होंगे, हम सब्र करेंगे अगर जेपी ना होंगे। महाराज कहंदे
ਆਨੰਦਪੁਰ ਚਲਿਆ ਗਿਆ। 4 ਪੁੱਤ ਸੀ, 2 ਦਾ ਕੋਈ ਪਤਾ ਨਹੀਂ ਕਿੱਥੇ ਨੇ। ਆ 2 ਮੇਰੇ ਕੋਲ ਨੇ, ਇਹਨਾਂ ਨੇ ਵੀ ਕੱਲ ਨੂੰ ਮੈਦਾਨੇ ਜੰਗ ਦੇ ਵਿੱਚ ਸ਼ਹੀਦ ਹੋ ਜਾਣਾ, ਤੇ ਮਹਾਰਾਜ ਮੈਂ ਤਾਂ ਵੀ ਤੇਰਾ ਸ਼ੁਕਰਾਨਾ ਕਰਾਂਗਾ। हे ਪ੍ਰਮਾਤਮਾ ਜੀ, ਮੈਂ ਤਾਂ ਵੀ ਤੁਹਾਡਾ ਸ਼ੁਕਰਾਨਾ ਕਰਾਂਗਾ। ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਸਾਧ ਸੰਗਤ। ਵਿਦਵਾਨ ਕਹਿੰਦਾ ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ, ਇਉਂ ਮੰਜ਼ਲ ਮੁਕਾਮ ਦਾ ਵੇਖਿਆ ਨਾ। ਹੰਸਾਂ ਜਹੇ ਪਿਆਰੇ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਮ ਦਾ ਵੇਖਿਆ ਨਾ। ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਗਵਾਮ ਦਾ ਵੇਖਿਆ ਨਾ। ਉਹ ਪਿਤਾ ਕੋਈ ਵੀ ਪੁੱਤ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ। ਪਿਤਾ ਕੋਈ ਵੀ ਪੁੱਤ ਦੀ ਮੌਤ ਉੱਤੇ ਗੀਤ ਖੁਸ਼ੀ ਦੇ ਗਾਮ ਦਾ ਵੇਖਿਆ ਨਾ। ਕਹਿਣ ਤੋਂ ਭਾਵ ਭਾਵੇਂ ਦੁੱਖ ਹੈ ਤੇ ਭਾਵੇਂ ਸੁੱਖ ਹੈ, ਭਾਗਾਂ ਵਾਲਿਓ ਇੱਕ ਰੱਬ ਦੀ ਭਗਤੀ ਕਰਨੀ ਹੈ, ਇੱਕ ਰੱਬ ਦੇ ਦਰ ਨਾਲ ਜੁੜ ਕੇ ਰਹਿਣਾ ਹੈ, ਇੱਕ ਰੱਬ ਦੇ ਦਰ ਨਾਲ ਜੁੜ ਕੇ। ਸਾਧ ਸੰਗਤ ਧਿਆਨ ਦੇਣਾ, ਤੁਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜੋ। ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਹਾਂ ਤੇ ਮਹਾਰਾਜ ਨੇ ਬਾਣੀ ਦੇ ਅੰਦਰ ਬਾਰ-ਬਾਰ ਇੱਕ ਗੱਲ ਸਮਝਾਈ ਹੈ ਕਿ ਭਾਈ ਇੱਕ ਰੱਬ ਦੀ ਭਗਤੀ ਕਰਨੀ ਹੈ, ਇੱਕ ਪ੍ਰਮਾਤਮਾ ਦੀ ਭਗਤੀ ਕਰਨੀ ਹੈ, ਇੱਕ ਰੱਬ ਦੇ ਦਰ ਦੇ ਹੋ ਕੇ ਰਹਿਣਾ ਹੈ, ਪ੍ਰਮਾਤਮਾ ਦੇ ਵਾਹਿਗੁਰੂ ਦੇ ਦਰ ਨੂੰ ਛੱਡਣਾ ਨਹੀਂ। ਸਾਧ ਸੰਗਤ, ਜੇ ਪ੍ਰਮਾਤਮਾ ਪੁਕਾਰ ਨਾ ਸੁਣੇ ਤੇ ਸਾਡਾ ਭਰੋਸਾ ਟੁੱਟ ਜਾਂਦਾ ਹੈ, ਵਿਸ਼ਵਾਸ ਟੁੱਟ ਜਾਂਦਾ ਹੈ। ਅਸੀਂ ਬੜੀ ਛੇਤੀ ਉਸ ਅਕਾਲ ਪੁਰਖ ਦੇ ਦਰ ਨੂੰ ਛੱਡ ਕੇ, ਪ੍ਰਮਾਤਮਾ ਦੇ ਦਰ ਨੂੰ ਛੱਡ ਕੇ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਨੇ ਆ। ਵੇਖੋ ਜੀ, ਜਦੋਂ ਆਪਾਂ ਪਾਵਨ ਬਾਣੀ ਪੜ੍ਹਦੇ ਆ, ਮਹਾਰਾਜ ਨੇ ਤੇ ਬਾਣੀ ਚ ਕਿਹਾ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ ਏਕੋ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਕੇਵਲ ਤੇ ਕੇਵਲ ਉਸ ਰੱਬ ਦੀ, ਉਸ ਅਕਾਲ ਪੁਰਖ ਪ੍ਰਮਾਤਮਾ ਦੀ ਭਗਤੀ ਕਰਨੀ ਹੈ। ਮਹਾਰਾਜ ਨੇ ਤੇ ਕਿਹਾ ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗੰਮ ਅਗੋਚਰ ਰੂਪ ਨਾ ਰੇਖਿਆ, ਖੋਜਤ ਖੋਜਤ ਘਟ ਘਟ ਦੇਖਿਆ। ਗੁਰੂ ਸਾਹਿਬ ਕਹਿੰਦੇ ਕੇਵਲ ਤੇ ਕੇਵਲ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਚੇਤੇ ਕਰਨਾ ਹੈ, ਉਹਦੀ ਇਬਾਦਤ ਕਰਨੀ ਹੈ। ਆਪਾਂ ਬਚਨ ਪੜ੍ਹਦੇ ਹਾਂ ਜੀ, ਇੱਕੋ ਦਾਤਾ ਸੇਵੀਐ ਹਰ ਇੱਕ ਧਿਆਈਐ, ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ। ਵੀ ਇੱਕ ਕੋਲੋਂ ਮੰਗਣਾ ਹੈ, ਇੱਕ ਦੇ ਹੋ ਕੇ ਰਹਿਣਾ ਹੈ, ਇੱਕ ਦੀ ਭਗਤੀ ਕਰਨੀ ਹੈ, ਇੱਕ ਨੂੰ ਚਿੱਤ ਵਿੱਚ ਰੱਖਣਾ ਹੈ। ਹੁਣ ਸਾਧ ਸੰਗਤ ਧਿਆਨ ਦੇਣਾ, ਜਦੋਂ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਪਾਤਸ਼ਾਹ ਕੂਕਰ ਦੀ ਉਦਾਹਰਨ ਦੇ ਕੇ ਸਾਨੂੰ ਬੜਾ ਸੋਹਣਾ ਸਮਝਾਉਂਦੇ ਨੇ। ਮਹਾਰਾਜ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜਿਉ ਸਦਾ, ਸਵਾਨ ਤਜਤ ਨਹੀਂ ਨਿਤ, ਨਾਨਕ ਇਹ ਬਿਦਹਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਮਹਾਰਾਜ ਕਹਿੰਦੇ ਜੇ ਮਾਲਕ ਦੇ ਦਰ ਨਾਲ ਜੁੜਨਾ ਹੈ ਨਾ ਤੇ ਕੂਕਰ ਵਾਂਗ ਜੁੜਨਾ ਹੈ, ਕੂਕਰ ਵਾਂਗ। ਜਿੱਦਾਂ ਇੱਕ ਕੂਕਰ ਦਾ ਕੁੱਤੇ ਦਾ ਮਾਲਕ ਦੇ ਦਰ ਨਾਲ ਪਿਆਰ ਹੁੰਦਾ ਹੈ ਨਾ, ਇਸੇ ਤਰ੍ਹਾਂ ਮਹਾਰਾਜ ਕਹਿੰਦੇ ਤੂੰ ਵੀ ਰੱਬ ਨਾਲ ਪਿਆਰ ਪਾਉਣਾ ਹੈ, ਪਰਮਾਤਮਾ ਨਾਲ ਪਿਆਰ ਪਾਉਣਾ ਹੈ। ਧਿਆਨ ਦੇਣਾ ਸਾਧ ਸੰਗਤ, 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ। ਕਿਤੇ ਵੀ ਸਾਰੀ ਬਾਣੀ ਦੇ ਵਿੱਚ ਬੰਦੇ ਦੀ ਉਦਾਹਰਨ ਦੇ ਕੇ ਮਹਾਰਾਜ ਨੇ ਪਸ਼ੂ ਪੰਛੀਆਂ ਨੂੰ ਨਹੀਂ ਸਮਝਾਇਆ, ਬਲਕਿ ਸਾਰੀ ਬਾਣੀ ਦੇ ਵਿੱਚ ਮਹਾਰਾਜ ਨੇ ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਦੇ ਕੇ ਬੰਦੇ ਨੂੰ ਸਮਝਾਇਆ ਹੈ। ਹੁਣ ਸਾਧ ਸੰਗਤ, ਜੇ ਆਪਾਂ ਕੂਕਰ ਦੀ ਗੱਲ ਕਰੀਏ ਨਾ, ਜੇ ਆਪਾਂ ਕੁੱਤੇ ਦੀ ਗੱਲ ਕਰੀਏ, ਵੇਖੋ ਜੀ, ਜਿਹੜਾ ਕੁੱਤਾ ਮਾਲਕ ਨੇ ਘਰ ਦੇ ਵਿੱਚ ਪਾਲਿਆ ਹੁੰਦਾ ਹੈ, ਭਾਵੇਂ ਮਾਲਕ ਉਹਨੂੰ ਰੋਟੀ ਦਵੇ ਤੇ ਭਾਵੇਂ ਨਾ ਦਵੇ, ਕਈ ਦਿਨ ਭੁੱਖੇ ਰੱਖੇ, ਭਾਵੇਂ ਮਾਲਕ ਉਹਨੂੰ ਕੁੱਟੇ ਮਾਰੇ, ਕਮਾਲ ਦੀ ਗੱਲ ਹੈ ਕਦੀ ਕੁੱਤਾ ਮਾਲਕ ਦਾ ਗੁੱਸਾ ਨਹੀਂ ਕਰਦਾ ਤੇ ਨਾ ਉਹਦਾ ਦਰ ਛੱਡ ਕੇ ਜਾਂਦਾ ਹੈ। ਅਸੀਂ ਤੇ ਨਿੱਕੀ ਜੀ ਗੱਲ ਤੋਂ ਗੁੱਸਾ ਕਰ ਲੈਂਦੇ ਆ, ਆਪਣੇ ਗੁਰੂ ਦਾ ਦਰ ਛੱਡ ਜਾਂਦੇ ਆ, ਫਿਰ ਅਸੀਂ ਥਾਂ ਥਾਂ ਦੇ ਉੱਤੇ ਭਟਕਣਾ ਸ਼ੁਰੂ ਕਰ ਦਿੰਦੇ ਆ। ਨਹੀਂ, ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕੂਕਰ ਦੇ ਕੋਲੋਂ ਸਿੱਖੋ। ਜਿਹੜਾ ਘਰ ਵਿੱਚ ਮਾਲਕ ਨੇ ਕੁੱਤਾ ਪਾਲਿਆ, ਉਹ ਕੁੱਟੇ ਮਾਰੇ, ਉਹਨੂੰ ਕਈ ਦਿਨ ਭੁੱਖੇ ਰੱਖੇ, ਪਰ ਕਦੀ ਵੀ ਇੱਕ ਕੂਕਰ ਜਿਹੜਾ ਏ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਬੁੱਲੇ ਸ਼ਾਹ ਕਹਿੰਦਾ ਰਾਤੀ ਜਾਗੇ ਤਾਂ ਸ਼ੇਖ ਸਦਾਵੇਂ, ਰਾਤੀ ਜਾਗਣ ਕੁੱਤੇ, ਸਾਰੀ ਰਾਤ ਰਾਖੀ ਪੈ ਕਰਦੇ, ਦਿਨੇ ਜਾ ਬਾਣਾ ਵਿੱਚ ਸੁੱਤੇ, ਮਾਲਕ ਦਾ ਦਰ ਕਦੇ ਨਾ ਛੱਡਦੇ, ਭਾਵੇਂ 100 ਖਾਵਣ ਜੁੱਤੇ, ਉੱਠ ਉਹ ਬੁੱਲਿਆ ਯਾਰ ਮਨਾ ਲੈ, ਨਹੀਂ ਤੇ ਬਾਜੀ ਲੈ ਜਾਣਗੇ ਕੁੱਤੇ, ਤੈਂ ਸੀ ਉੱਤੇ। ਬੁੱਲੇ ਸ਼ਾਹ ਕਹਿੰਦਾ ਉਸ ਕੂਕਰ ਵਾਂਗਰਾ ਅਸੀਂ ਰੱਬ ਦੇ ਦਰ ਨਾਲ, ਪਰਮਾਤਮਾ ਦੇ ਦਰ ਨਾਲ ਜੁੜਨਾ ਏ, ਜਿਹਨੂੰ ਮਾਲਕ ਭੁੱਖਾ ਵੀ ਰੱਖਦਾ ਏ ਪਰ ਉਹ ਪਰਵਾਹ ਨਹੀਂ ਕਰਦਾ। ਇਸੇ ਤਰ੍ਹਾਂ ਸਾਧ ਸੰਗਤ, ਅਸੀਂ ਕੇਵਲ ਤੇ ਕੇਵਲ ਇੱਕ ਰੱਬ ਦੀ ਭਗਤੀ ਕਰਨੀ ਹੈ,
परमात्मा दे दर नाल जुड़ के रहना है। भावें जिंदगी विच सुख ने दुख ने, किसे गल दी परवाह नहीं करनी, केवल ते केवल एक रब दे उत्ते, एक परमात्मा दे उत्ते असीं भरोसा रखना है। अगे महाराज कृपा करदे ने, महाराज कहंदे ने, जानो जोत ना पुछो जाति, आगे जात ना है रहाओ। ये रहाओ वाला बंद है। पातशाह कहंदे जानो जोत ना पुछो जाति, आगे जात ना है। साध संगत ध्यान देना, इस पंक्ति दे विच धन गुरु नानक देव महाराज कहंदे ने, जे किसे नाल प्यार पाउणा है ना, जे किसे नाल मित्रता बनाउणी है, ते महाराज कहंदे ने ओदे अंदर रब दी जोत वेख, ओदे अंदर गुण वेख। जे किसे नाल प्यार पाउणा है, जे किसे नाल मित्रता पाउणी है, ते सतगुरु पातशाह कहंदे ओदे अंदर रब दी जोत वेख, ओदे अंदर गुण वेख, ओदी जात ना वेख। जे मैं अज संसार दी गल करां ना, ते अज जेड़ा प्यार पाया जांदा, जेड़ी मित्रता पाई जांदी है ना, ध्यान देना, वो जात पात दे आधार ते पाई जांदी। जात पात वेख के भी मैं इहनूं मित्र बनाउणा कि नहीं बनाउणा, ये फलानी जात दा है, ये फलानी जात दा है। गुरु साहब कहंदे किसे नाल प्यार पाउणा है, किसे नूं मित्र बनाउणा है, ओदी जात ना वेख, ओदे गुण वेख, ओदे अंदर रब दी जोत वेख, ओदे कोल चंगियाइयां वेख, चंगियाइयां। जेकर कोई मनुख चंगा है, ओदे अंदर गुण ने, रब दी भगती करदा है, परमात्मा दी भगती करदा है। महाराज कहंदे भावें वो किसे जात नाल संबंध रखदा है, गुरु साहब कहंदे ओदे अंदर जोत वेख। हुण साध संगत ध्यान देना, जे आपां धन साहिब श्री गुरु नानक देव महाराज जी दी गल करिए, गुरु नानक देव सच्चे पातशाह महाराज जिन्हां ने 4 उदासियां कीतियां, धन साहिब श्री गुरु नानक देव महाराज ने, ते सब तो वध समा जेकर कोई धन साहिब श्री गुरु नानक देव महाराज दे नाल रिहा, ते कौन रिहा? वो भाई मरदाना। वो भाई मरदाना जिन्हों लोग नीवी जात वाला कहिंदे सी, जिन्हों लोग डूम कहिंदे सी। मरदाना लंघदा सी, लोकी राह बदल लैंदे सी, जे मरदाने दा परछावां साडे ते पै गया ते असी पिट्टे जावांगे, असी पिट्टे जावांगे। सच जाणिओ भागां वालिओ, गुरु नानक साहब महाराज ने भाई मरदाने दियां चंगियाइयां वेखियां, भाई मरदाने दे गुण वेखे। भाई मरदाना रब दी भगती करदा, परमात्मा दी भगती करदा है। ते सच जाणिओ, जेड़े लोग भाई मरदाने दे कोल जाण तो डरदे ने, जदों पहले दिन धन साहिब श्री गुरु नानक देव महाराज भाई मरदाने दे कोल जांदे ने, मर्ज घुट के गल वकड़ी पाउंदे ने, भाई मरदाने नूं घुट के गल वकड़ी, घुट के गल वकड़ी पाउंदे ने। क्यों? क्योंकि भाई मरदाना रब नाल जुड़े होए, भाई मरदाने दा सुभाव बड़ा चंगा है, भाई मरदाना रबाब बड़ी सोहनी वजाउंदा है, भाई मरदाना रब दी भगती करदा, परमात्मा दी भगती करदा। महाराज ने जात नहीं वेखी, महाराज ने जोत वेखी, जोत। ते क्या मरदानिया तू मेरा भरा है। जदों अंतम समा आया सी ना, अंतम समा, ते गुरु नानक साहब महाराज ने कहा सी, मरदानिया मंग की मंगना है, जो मंगेगा तेनू दवांगा। मरदानिया तेरी मड़ी बना दवां। ते भाई मरदाना कहंदा, महाराज आ शरीर रूपी मड़ी विचों कढ के मिट्टी रूपी मड़ी विच पाउण लगे हो, महाराज मैनू मड़ी नहीं चाहिदी। महाराज कहंदे मंग की मंगना है। ते ध्यान देना साध संगत, भाई मरदाना कहंदा, बाबा तैं खुदाए देखिया, तैं खुदाए पाया, तेरा कहया खुदाए करे। जिथे तेरा वासा उथे मेरा वासा, असां नालों विछोड़ा नाही। भाई मरदाने ने आ मंगिया जी, गुरु नानक साहब जी मेरे तो विछड़िओ ना। ते धन गुरु नानक देव महाराज कहंदे, मरदानिया जिथे तेरा वासा उथे मेरा वासा। मरदाना नानक है, नानक मरदाना है, हर जन हर अंतर नहीं, नानक साची जान। साध संगत, गुरु नानक देव सच्चे पातशाह महाराज ने भाई मरदाने दे अंदर गुण वेखे। भाई मरदाना रब दी भगती करदा है, रब्बी जोत वेखी, भाई मरदाने दी जात नहीं वेखी। जे आपां गल करिए धन साहिब श्री गुरु नानक देव महाराज दी, ते जदों महाराज पहली बार ऐमनाबाद दी धरती ते गए, ऐमनाबाद दी धरती ते रहन वाला भाई लालो ते ऐमनाबाद दी धरती दा रहन वाला मलक भागो। हुण साध संगत, जिहड़ा मलक भागो है ਉਹਨੂੰ जात पात ਦਾ ਹੰਕਾਰ है भी मैं ਉੱਚੀ जात वाला। ਉਹਦੀ ਜਿਹੜੀ कमाई है ਉਹ हराम ਦੀ कमाई है। गरीबां ਦਾ ਲਹੂ ਚੂਸ ਕੇ ਉਹ ਧਨ ਦੌਲਤ ਰੁਪਇਆ ਪੈਸਾ ਕਮਾਉਂਦਾ ਹੈ।
ਤੇ ਦੂਜੇ ਪਾਸੇ ਜਿਹੜਾ ਭਾਈ ਲਾਲੋ ਹੈ ਉਹ ਹੱਕ ਸੱਚ ਦੀ ਕਿਰਤ ਕਰਨ ਵਾਲਾ ਹੈ, ਰੱਬ ਦੀ ਪ੍ਰਮਾਤਮਾ ਦੀ ਭਗਤੀ ਕਰਨ ਵਾਲਾ ਹੈ। ਤੇ ਮਲਕ ਭਾਗੋ ਮਨ ਵਿੱਚ ਸੋਚਦਾ ਹੈ ਵੀ ਗੁਰੂ ਨਾਨਕ ਸਾਹਿਬ ਸਾਡੇ ਨਗਰ ਵਿੱਚ ਆਏ ਨੇ, ਸਾਡੇ ਪਿੰਡ ਵਿੱਚ ਆਏ ਨੇ, ਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਡੇ ਘਰ ਵਿੱਚ ਆਉਣਗੇ। ਪਰ ਗੁਰੂ ਨਾਨਕ ਸਾਹਿਬ ਮਲਕ ਭਾਗੋ ਦੇ ਘਰ ਨਹੀਂ ਗਏ, ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰ ਵਿੱਚ ਗਏ। ਭਾਈ ਲਾਲੋ ਦੇ ਘਰ ਵਿੱਚ, ਉਹ ਭਾਈ ਲਾਲੋ ਜਿਹਨੂੰ ਲੋਕ ਨੀਵੀਂ ਜਾਤ ਵਾਲਾ ਕਹਿੰਦੇ ਸੀ, ਸ਼ੂਦਰ ਕਹਿੰਦੇ ਸੀ, ਪਰ ਭਾਈ ਲਾਲੋ ਰੱਬ ਦੀ ਭਗਤੀ ਕਰਦਾ ਹੈ। ਉਹਦੇ ਪੱਲੇ ਚੰਗਿਆਈਆਂ ਨੇ, ਗੁਣ ਨੇ, ਉਹਦੇ ਅੰਦਰ ਰੱਬੀ ਜੋਤ ਹੈ, ਉਹਨੇ ਰੱਬੀ ਜੋਤ ਨੂੰ ਪਛਾਣਿਆ ਹੋਇਆ ਹੈ। ਤੇ ਤਾਂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਭਾਈ ਲਾਲੋ ਦੇ ਘਰ ਗਏ। ਸਾਧ ਸੰਗਤ, ਗੁਰੂ ਸਾਹਿਬ ਦੀਆਂ ਨਜ਼ਰਾਂ ਦੇ ਵਿੱਚ ਸਾਰੇ ਹੀ ਬਰਾਬਰ ਨੇ। ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਨਾ ਕੋਈ ਉੱਚਾ ਹੈ ਤੇ ਨਾ ਕੋਈ ਨੀਵਾਂ ਹੈ। ਮਹਾਰਾਜ ਨੇ ਜਾਤ ਪਾਤ ਦਾ ਖੰਡਨ ਕੀਤਾ ਹੈ, ਜਾਤ ਪਾਤ ਦਾ ਪੁਰਜ਼ੋਰ ਵਿਰੋਧ ਕੀਤਾ ਹੈ। ਆਪਾਂ ਪਾਵਨ ਬਾਣੀ ਪੜ੍ਹਦੇ ਆ, ਮਹਾਰਾਜ ਨੇ ਤੇ ਕਿਹਾ ਜਾਤ ਕਾ ਗਰਭ ਨਾ ਕਰ ਮੂਰਖ ਗਵਾਰਾ, ਇਸ ਗਰਭ ਤੇ ਚਲੇ ਬਹੁਤ ਬਿਕਾਰਾ। ਜਾਤ ਕਾ ਗਰਭ ਨਾ ਕਰਿਓ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜੇ ਆਪਾਂ ਜਾਤ ਪਾਤ ਦੀ ਗੱਲ ਕਰੀਏ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਗੱਲ ਕਹਿ ਦਿੱਤੀ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਓ ਕਿਆ ਰੀਸ, ਜਿੱਥੇ ਨੀਚ ਸੰਭਾਲੀਨ ਤਿੱਥੈ ਨਦਰ ਤੇਰੀ ਬਖਸ਼ੀਸ਼। ਭਾਗਾਂ ਵਾਲਿਓ, ਜੇ ਆਪਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੱਲ ਕਰੀਏ ਨਾ, ਤੇ ਜਦੋਂ ਮਹਾਰਾਜ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਨੇ, ਪਹਾੜੀ ਰਾਜੇ ਮਹਾਰਾਜ ਦੇ ਕੋਲ ਆਏ। ਮਹਾਰਾਜ ਅਸੀਂ ਸੁਣਿਆ ਤੁਸੀਂ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਲੱਗੇ ਹੋ। ਮਹਾਰਾਜ ਕਹਿੰਦੇ ਬਿਲਕੁਲ। ਮਹਾਰਾਜ ਅਸੀਂ ਵੀ ਅੰਮ੍ਰਿਤ ਛਕਣਾ ਹੈ। ਮਹਾਰਾਜ ਕਹਿੰਦੇ ਜ਼ਰੂਰ ਛਕਾਵਾਂਗੇ। ਮਹਾਰਾਜ ਪਰ ਸਾਡੀ ਇੱਕ ਸ਼ਰਤ ਹੈ, ਸਾਡੇ ਵਾਸਤੇ ਬਾਟਾ ਵੱਖਰਾ ਤਿਆਰ ਹੋਣਾ ਚਾਹੀਦਾ ਹੈ ਤੇ ਇਹਨਾਂ ਵਾਸਤੇ ਬਾਟਾ ਵੱਖਰਾ ਤਿਆਰ ਹੋਣਾ ਚਾਹੀਦਾ ਹੈ। ਮਹਾਰਾਜ ਕਹਿੰਦੇ ਅੰਮ੍ਰਿਤ ਅਸੀਂ ਇੱਕ ਬਾਟੇ ਦੇ ਵਿੱਚ ਹੀ ਛਕਾਉਣਾ ਹੈ, ਅੰਮ੍ਰਿਤ ਅਸੀਂ ਇੱਕ ਬਾਟੇ ਵਿੱਚ ਹੀ ਛਕਾਉਣਾ ਹੈ। ਮਹਾਰਾਜ ਕਿੱਦਾਂ ਦੀਆਂ ਗੱਲਾਂ ਕਰਦੇ ਹੋ, ਇਹ ਤੇ ਨੀਵੀਆਂ ਜਾਤਾਂ ਵਾਲੇ ਨੇ, ਇਹ ਤੇ ਸ਼ੂਦਰ ਨੇ, ਮਹਾਰਾਜ ਇਹ ਤੇ ਸਾਡਾ ਕੰਮ ਕਰਦੇ ਨੇ, ਅਸੀਂ ਇਹਨਾਂ ਨਾਲ ਅੰਮ੍ਰਿਤ ਛਕਾਂਗੇ। ਸੱਚ ਜਾਣਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿ ਰਹੇ ਹੋ, ਨੀਵੀਆਂ ਜਾਤਾਂ ਵਾਲੇ ਕਹਿ ਰਹੇ ਹੋ, ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਪਾਤਸ਼ਾਹੀਆਂ ਬਖਸ਼ ਦੇਣੀਆਂ, ਮੈਂ ਇਹਨਾਂ ਨੂੰ ਬਾਦਸ਼ਾਹ ਬਣਾ ਦੇਣਾ, ਬਾਦਸ਼ਾਹ। ਤੇ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਜੀ। 7 ਸਨਾਤ ਔਰ 12 ਜਾਤ, ਜਾਣੈ ਨਾਹੀ ਰਾਜਨੀਤ ਕੀ ਬਾਤ, ਗੁੱਜਰ ਲੋਹਾਰ ਅਹੀਰ ਕਮਜਾਤ, ਕੰਬੋਏ ਸ਼ੂਦਰ ਨਾ ਕੋ ਪੁੱਛੇ ਬਾਤ, ਝੀਵਰ ਨਾਈ ਰੋੜੇ ਕਮਿਆਰ, ਸੈਣੀ ਸੁਨਿਆਰੇ ਔਰ ਚਮਿਆਰ, ਭੱਟ ਔਰ ਬ੍ਰਾਹਮਣ ਹੁੱਤੇ ਮਗਵਾਰ, ਬਹੁ ਰੂਪੀਏ ਲੁਬਾਣੇ ਕਮਿਆਰ, ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਇੱਕ ਬਾਟੇ ਵਿੱਚ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਜਾਤ ਪਾਤ ਨੂੰ ਸਦਾ ਵਾਸਤੇ ਖਤਮ ਕਰ ਦਿੱਤਾ। ਤੇ ਮਹਾਰਾਜ ਕਹਿੰਦੇ ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ। ਪਾਤਸ਼ਾਹ ਕਹਿੰਦੇ ਅੱਗੇ ਜਾਤ ਜਿਹੜੀ ਹੈ ਉਹ ਨਹੀਂ ਜਾਣੀ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਿਰਪਾ ਕਰਦੇ ਨੇ, ਆਪ ਕਰਾਏ ਆਪ ਕਰੇ ਆਪ ਕਰਾਏ। ਸਾਧ ਸੰਗਤ, ਰੱਬ ਜਿਹੜਾ ਹੈ ਨਾ, ਪ੍ਰਮਾਤਮਾ ਜਿਹੜਾ ਹੈ ਉਹ ਸਾਡੇ ਅੰਦਰ ਵਸਦਾ ਹੈ। ਪ੍ਰਮਾਤਮਾ ਜਿਹੜਾ ਸਾਡੇ ਅੰਦਰ ਵਸਦਾ ਹੈ ਤੇ ਪ੍ਰਮਾਤਮਾ ਆਪ ਹੀ ਪ੍ਰੇਰਨਾ ਕਰਕੇ ਸਾਡੇ ਕੋਲੋਂ ਪੁਕਾਰ ਕਰਵਾਉਂਦਾ ਹੈ। ਅਸੀਂ ਅਰਦਾਸ ਕਰਦੇ ਹਾਂ ਜੀ, ਜੋਦੜੀ ਕਰਦੇ ਹਾਂ, ਪੁਕਾਰ ਕਰਦੇ ਹਾਂ, ਇਹ ਅਸੀਂ ਨਹੀਂ ਕਰਦੇ। ਰੱਬ ਸਾਡੇ ਅੰਦਰ ਹੈ, ਪ੍ਰਮਾਤਮਾ ਸਾਡੇ ਅੰਦਰ ਹੈ ਤੇ ਪ੍ਰਮਾਤਮਾ ਆਪ ਪ੍ਰੇਰਨਾ ਕਰਕੇ ਸਾਡੇ ਕੋਲੋਂ ਪੁਕਾਰ ਜਿਹੜੀ ਹੈ, ਜੋਦੜੀ ਜਿਹੜੀ ਹੈ, ਅਰਦਾਸ ਜਿਹੜੀ ਹੈ ਕਰਵਾਉਂਦਾ ਹੈ। ਆਪ ਉਲਾਮੇ ਚਿੱਤ ਧਰੇ। ਮੈਂ ਬੇਨਤੀ ਕਰਾਂ ਸਾਧ ਸੰਗਤ, ਕਦੀ ਵੀ ਰੱਬ ਨੂੰ ਕੋਈ ਉਲਾਮਾ ਨਹੀਂ ਦੇਣਾ, ਕਦੀ ਵੀ ਰੱਬ ਨੂੰ ਕੋਈ ਮਿਹਣਾ ਨਹੀਂ ਮਾਰਨਾ। ਸਭ ਤੋਂ ਵੱਡੀ ਦਾਤ ਪਤਾ ਕੀ ਹੈ? ਸਭ ਤੋਂ ਵੱਡੀ ਦਾਤ ਹੈ ਤੰਦਰੁਸਤ ਸਰੀਰ। ਜਿਹਨੂੰ ਤੰਦਰੁਸਤ ਸਰੀਰ ਮਿਲ ਗਿਆ ਨਾ, ਸਮਝ ਲਓ ਉਹਨੂੰ ਸਾਰਾ ਕੁਝ ਮਿਲ ਗਿਆ। ਅੱਜ ਅਸੀਂ ਰੱਬ ਨਾਲ ਗਿਲਾ ਕਰਦੇ ਹਾਂ। ਗਿਲਾ ਕੀ ਕਰਦੇ ਹਾਂ? ਰੱਬਾ ਤੂੰ ਸਾਨੂੰ ਆਹ ਨਹੀਂ ਦਿੱਤਾ, ਪਰਮਾਤਮਾ ਤੂੰ ਸਾਨੂੰ ਇਹ ਨਹੀਂ ਦਿੱਤਾ। ਪੜ੍ਹਦੇ ਆ ਨਾ ਪਾਵਨ ਬਾਣੀ, 10 ਵਸਤੂ ਲੈ ਪਾਛੈ ਪਾਵੈ, ਏਕ ਬਸਤ ਕਾਰਨ ਬਿਖੋਟ ਗਵਾਵੈ, ਏਕ ਭੀ ਨਾ ਦੇ 10 ਭੀ ਹਿਰ ਲੈ, ਤਉ ਮੂੜਾ ਕਹੋ ਕਹਾਂ ਕਰੇ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ। ਅਸੀਂ ਰੱਬ ਨਾਲ ਗਿਲਾ ਕਰਦੇ ਹਾਂ, ਪ੍ਰਮਾਤਮਾ ਨਾਲ ਗਿਲਾ ਕਰਦੇ ਹਾਂ, ਰੱਬਾ ਤੂੰ ਆਹ ਨਹੀਂ ਦਿੱਤਾ, ਪ੍ਰਮਾਤਮਾ ਨੂੰ ਉਹ ਨਹੀਂ ਦਿੱਤਾ। ਮਾਫ ਕਰਨਾ ਸਾਧ ਸੰਗਤ, ਜਿਹਨੂੰ ਤੰਦਰੁਸਤ ਸਰੀਰ ਮਿਲ ਗਿਆ, ਜਿਹਨੂੰ ਤੰਦਰੁਸਤ ਕਾਇਆ ਮਿਲ ਗਈ, ਉਹਨੂੰ ਸਾਰਾ ਕੁਝ ਮਿਲ ਗਿਆ,
ਉਹਨੂੰ ਸਾਰਾ ਕੁਝ ਮਿਲ ਗਿਆ। ਇਸ ਕਰਕੇ ਕਦੀ ਵੀ ਪਰਮਾਤਮਾ ਨੂੰ ਕੋਈ ਮਿਹਣਾ ਨਹੀਂ ਮਾਰਨਾ, ਕਦੀ ਵੀ ਪਰਮਾਤਮਾ ਨੂੰ ਉਲਾਮਾ ਨਹੀਂ ਦੇਣਾ। ਅਸੀਂ ਉਲਾਮਾ ਰੱਬ ਨੂੰ ਪਤਾ ਕਦੋਂ ਦਿੰਨੇ ਆ? ਜਦੋਂ ਅਸੀਂ ਆਪਣੇ ਤੋਂ ਉੱਪਰ ਵਾਲੇ ਵੱਲ ਵੇਖ ਕੇ ਜ਼ਿੰਦਗੀ ਜਿਉਂਦੇ ਆ। ਜਦੋਂ ਅਸੀਂ ਆਪਣੇ ਤੋਂ ਥੱਲੇ ਵਾਲੇ ਵੱਲ, ਨੀਵੇਂ ਵੱਲ ਵੇਖ ਕੇ ਜ਼ਿੰਦਗੀ ਜੀਵਾਂਗੇ, ਅਸੀਂ ਕਦੀ ਰੱਬ ਨੂੰ ਉਲਾਂਭਾ ਨਹੀਂ ਦੇਵਾਂਗੇ। ਹਮੇਸ਼ਾ ਉਹਨਾਂ ਲੋਕਾਂ ਵੱਲ ਵੇਖੋ ਜਿਹੜੇ ਫੁੱਟਪਾਥ ਤੇ ਸੌਂਦੇ ਨੇ, ਜਿਹੜੇ ਮੰਗ ਕੇ ਖਾਂਦੇ ਨੇ, ਉਹਨਾਂ ਵੱਲ ਵੇਖੋ ਤੇ ਸ਼ੁਕਰਾਨਾ ਨਿਕਲਦਾ ਹੈ। ਅਕਾਲ ਪੁਰਖ ਪਰਮਾਤਮਾ, ਅਸੀਂ ਕਈ ਗੁਣਾ ਚੰਗੇ ਆ। ਮਹਾਰਾਜ ਤੂੰ ਸਾਨੂੰ ਘਰ ਤੇ ਦਿੱਤਾ ਹੈ, ਪਾਤਸ਼ਾਹ ਤੂੰ ਸਾਨੂੰ 2 ਟਾਈਮ ਦੀ ਰੋਟੀ ਤੇ ਦੇਣਾ ਹੈ। ਇਸ ਕਰਕੇ ਸਾਧ ਸੰਗਤ ਕਦੀ ਵੀ ਉਸ ਪਰਮਾਤਮਾ ਨੂੰ ਜਿਹੜਾ ਏ ਮੇਣਾ ਨਹੀਂ ਮਾਰਨਾ, ਪਰਮਾਤਮਾ ਨਾਲ ਗਿਲਾ ਨਹੀਂ ਕਰਨਾ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਜਾਂ ਤੂੰ ਕਰਨਹਾਰ ਕਰਤਾਰ, ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਭਾਗਾਂ ਵਾਲਿਓ, ਕਰਨ ਵਾਲਾ, ਸਾਰਾ ਕੁਝ ਕਰਨ ਵਾਲਾ, ਕਰਨਹਾਰ ਉਹ ਪਰਮਾਤਮਾ ਆਪ ਹੈ। ਕਿਆ ਮੁਹਤਾਜੀ, ਕਿਆ ਸੰਸਾਰ। ਤੇ ਜਿਹਨੂੰ ਇਹ ਗੱਲ ਸਮਝ ਆ ਗਈ ਨਾ ਵੀ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੈ, ਕੀਤਾ ਕਰਨਾ ਸਰਬ ਰਜਾਈ ਕਿਛ ਕੀਚੈ ਜੇ ਕਰ ਸਕੀਐ, ਆਪਣਾ ਕੀਤਾ ਕਿਛੂ ਨਾ ਹੋਵੇ, ਜੋ ਹਰ ਭਾਵੈ ਤਿਉ ਰਖੀਐ। ਜਿਹਨੂੰ ਇਹ ਗੱਲ ਸਮਝ ਆ ਗਈ ਵੀ ਸਾਰਾ ਕੁਝ ਕਰਨ ਵਾਲਾ ਪਰਮਾਤਮਾ ਹੈ, ਪਰਮਾਤਮਾ ਕਰਤਾ ਪੁਰਖ ਹੈ, ਸਾਰਾ ਕੁਝ ਕਰਨ ਵਾਲਾ ਉਹ ਹੈ, ਤੇ ਸੱਚ ਜਾਣਿਓ ਉਹ ਮਨੁੱਖ ਕਦੀ ਕਿਸੇ ਦੀ ਮੁਤਾਜਗੀ ਨਹੀਂ ਕਰਦਾ। ਉਹ ਮਨੁੱਖ ਕਦੀ ਕਿਸੇ ਦੀ ਮੁਤਾਜਗੀ ਨਹੀਂ ਕਰਦਾ, ਤੇ ਸੰਸਾਰ ਉਸ ਮਨੁੱਖ ਦਾ ਕੁਝ ਨਹੀਂ ਵਿਗਾੜ ਸਕਦਾ। ਜਿਹਨੂੰ ਇੱਕ ਰੱਬ ਤੇ ਭਰੋਸਾ ਬਣ ਗਿਆ, ਜਿਹਨੂੰ ਇਹ ਪਤਾ ਲੱਗ ਗਿਆ ਵੀ ਸਾਰਾ ਕੁਝ ਕਰਨ ਵਾਲਾ ਉਹ ਪਰਮਾਤਮਾ ਆਪ ਹੈ, ਉਹ ਵਾਹਿਗੁਰੂ ਆਪ ਹੈ। ਅੱਗੇ ਮਹਾਰਾਜ ਕਿਰਪਾ ਕਰਦੇ ਨੇ, ਆਪ ਉਪਾਏ ਆਪੇ ਦੇ। ਸਾਧ ਸੰਗਤ, ਆ ਸਰੀਰ ਕਿੰਨੇ ਬਣਾਇਆ ਹੈ? ਆਪ ਉਪਾਏ। ਸਾਨੂੰ ਪੈਦਾ ਕਿੰਨੇ ਕੀਤਾ ਹੈ? ਆ ਸਰੀਰ ਸਾਨੂੰ ਕਿੰਨੇ ਦਿੱਤਾ ਹੈ? ਇਹ ਉਸ ਰੱਬ ਨੇ ਦਿੱਤਾ ਹੈ, ਉਸ ਪਰਮਾਤਮਾ ਨੇ ਦਿੱਤਾ ਹੈ। ਪੜ੍ਹਦੇ ਆ ਨਾ ਪਾਵਨ ਬਾਣੀ, ਮਹਾਰਾਜ ਕਹਿੰਦੇ, ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਓ ਉਪਾਏ ਜਗਤ ਦਿਖਾਇਆ, ਗੁਰ ਪ੍ਰਸਾਦੀ ਬੂਝਿਆ ਤਾਂ ਚਲਤ ਹੋਆ, ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਉਹ ਪਰਮਾਤਮਾ ਨੇ ਸਾਡੇ ਵਿੱਚ ਜੋਤ ਟਿਕਾਈ, ਤਾਂ ਅਸੀਂ ਇਸ ਸੰਸਾਰ ਦੇ ਵਿੱਚ ਆਏ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਜਿਹੜਾ ਸਰੀਰ ਹੈ ਇਹ ਉਸ ਰੱਬ ਨੇ ਦਿੱਤਾ ਹੈ। ਮਹਾਰਾਜ ਕਹਿੰਦੇ, ਆਪ ਉਪਾਏ ਆਪੇ ਦੇ। ਸਰੀਰ ਵੀ ਰੱਬ ਨੇ ਦਿੱਤਾ ਹੈ, ਤੇ ਦਾਤਾਂ ਦੇਣ ਵਾਲਾ ਵੀ ਰੱਬ ਆਪ ਹੈ। ਦਾਤਾਂ ਦੇਣ ਵਾਲਾ ਵੀ ਪਰਮਾਤਮਾ ਆਪ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਤੇ ਅੱਗੇ ਮਹਾਰਾਜ ਕਹਿੰਦੇ ਨੇ, ਆਪੇ ਦੁਰਮਤ ਮਣੇ ਕਰੇ। ਤੇ ਭਾਗਾਂ ਵਾਲਿਓ, ਸਾਡੇ ਅੰਦਰੋਂ ਭੈੜੀ ਮਤ ਦੂਰ ਕਰਨ ਵਾਲਾ ਵੀ ਉਹ ਪਰਮਾਤਮਾ ਆਪ ਹੈ, ਵਾਹਿਗੁਰੂ ਆਪ ਹੈ। ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰ ਪ੍ਰਸਾਦ ਵਸੈ ਮਨ ਆਏ। ਜੇ ਸਿੱਖ ਕਵੇ ਨਾ ਵੀ ਮੈਂ ਸਿੱਧਾ ਰੱਬ ਨੂੰ ਪਾ ਲਵਾਂ, ਸਿੱਖ ਸਿੱਧਾ ਰੱਬ ਨੂੰ ਨਹੀਂ ਪਾ ਸਕਦਾ। ਭਾਗਾਂ ਵਾਲਿਓ, ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗੁਰ ਕਿਰਪਾ ਜਿਹ ਨਰ ਕੋ ਕੀਨੀ, ਤੇ ਇਹ ਜੁਗਤ ਪਛਾਨੀ। ਜੁਗਤੀ ਕਿਹੜੀ ਹੈ? ਰੱਬ ਨੂੰ ਪਾਉਣ ਦੀ। ਰੱਬ ਨੂੰ ਪਾਉਣ ਦੀ ਜੁਗਤੀ ਅਸੀਂ ਤਾਂ ਹੀ ਪਛਾਣਾਂਗੇ ਜਦੋਂ ਅਸੀਂ ਪੂਰੇ ਗੁਰੂ ਨਾਲ ਜੁੜਾਂਗੇ। ਤੇ ਮਹਾਰਾਜ ਕਹਿੰਦੇ, ਗੁਰ ਪ੍ਰਸਾਦ ਵਸੈ ਮਨ ਆਏ। ਜਦੋਂ ਗੁਰੂ ਦੀ ਕਿਰਪਾ ਦੇ ਨਾਲ ਰੱਬ ਮਨ ਵਿੱਚ ਵਸ ਗਿਆ, ਦੁੱਖ ਹਨੇਰਾ ਵਿੱਚੋਂ ਜਾਏ। ਅੰਦਰ ਦੀ ਅਗਿਆਨਤਾ ਸਾਰੀ ਖਤਮ ਹੋ ਜਾਵੇਗੀ। ਅੰਦਰ ਦਾ ਜਿਹੜਾ ਅਗਿਆਨਤਾ ਦਾ ਹਨੇਰਾ ਏ ਉਹ ਖਤਮ ਹੋ ਜਾਵੇਗਾ। ਦੀਵਾ ਬਲੇ ਅੰਧੇਰਾ ਜਾਏ। ਅੱਗੇ ਪਾਤਸ਼ਾਹ ਕਿਰਪਾ ਕਰਦੇ ਨੇ, ਸਾਚ ਪਿਆਰਾ ਆਪ ਕਰੇ। ਭਾਗਾਂ ਵਾਲਿਓ, ਜੇ ਸਾਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਨਾ, ਵਾਹਿਗੁਰੂ ਦਾ ਨਾਮ ਪਿਆਰਾ ਲੱਗਦਾ ਹੈ, ਤੇ ਇਹ ਵੀ ਉਸ ਰੱਬ ਦੀ ਕਿਰਪਾ ਹੈ, ਇਹ ਵੀ ਉਸ ਪਰਮਾਤਮਾ ਦੀ ਕਿਰਪਾ ਹੈ। ਅਵਰੀ ਕਉ ਸਾਚ ਨਾ ਦੇ। ਤੇ ਸੱਚ ਜਾਣਿਓ, ਜਿਹਦਾ ਪਰਮਾਤਮਾ ਨਾਲ ਪਿਆਰ ਨਹੀਂ, ਜਿਹਦਾ ਵਾਹਿਗੁਰੂ ਨਾਲ ਪਿਆਰ ਨਹੀਂ, ਉਹਨੂੰ ਇਹ ਨਾਮ ਦੀ ਦਾਤ ਪ੍ਰਾਪਤ ਨਹੀਂ ਹੁੰਦੀ। ਨਾਮ ਦੀ ਦਾਤ ਪ੍ਰਾਪਤ ਉਹਨੂੰ ਹੀ ਹੁੰਦੀ ਹੈ ਜਿਹਦਾ ਰੱਬ ਨਾਲ ਪਿਆਰ ਹੈ, ਜਿਹਦਾ ਵਾਹਿਗੁਰੂ ਨਾਲ ਪਿਆਰ ਹੈ। ਤੇ ਅੰਤਲੀ ਪੰਕਤੀ ਦੇ ਵਿੱਚ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਦੇ ਨੇ। ਮਹਾਰਾਜ ਕਹਿੰਦੇ, ਜੇ ਕਿਸੈ ਦੇ ਵਖਾਣੈ ਨਾਨਕ ਆਗੇ ਪੂਛ ਨਾ ਲੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਿਹਨੂੰ ਨਾਮ ਦੀ ਦਾਤ ਪ੍ਰਾਪਤ ਹੋ ਗਈ
ਜਿਹਨੂੰ ਪ੍ਰਮਾਤਮਾ ਦੇ ਕੋਲੋਂ ਨਾਮ ਦੀ ਦਾਤ ਮਿਲ ਗਈ, ਸੱਚ ਜਾਣਿਓ ਭਾਗਾਂ ਵਾਲਿਓ, ਫਿਰ ਉਹਦਾ ਅੱਗੇ ਜਾ ਕੇ ਲੇਖਾ ਜੋਖਾ ਨਹੀਂ ਹੁੰਦਾ। ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਏ। ਲੇਖਾ ਜੋਖਾ ਜਿਉਂਦੇ ਜੀ ਉਹਦਾ ਹੁੰਦਾ ਏ, ਮਰਨ ਤੋਂ ਬਾਅਦ ਉਹਦਾ ਹੁੰਦਾ ਏ ਜਿਹੜਾ ਰੱਬ ਦੀ ਭਗਤੀ ਨਹੀਂ ਕਰਦਾ, ਜਿਹੜਾ ਪ੍ਰਮਾਤਮਾ ਦੀ ਭਗਤੀ ਨਹੀਂ ਕਰਦਾ। ਪਰ ਮਾਫ ਕਰਨਾ, ਜਿਹੜਾ ਰੱਬ ਦੀ ਭਗਤੀ ਕਰਦਾ ਹੈ, ਜਿਹੜਾ ਪ੍ਰਮਾਤਮਾ ਦੀ ਭਗਤੀ ਕਰਦਾ ਹੈ, ਨਾ ਤੇ ਜਿਉਂਦੇ ਜੀ ਉਹਦਾ ਲੇਖਾ ਹੁੰਦਾ ਏ ਤੇ ਨਾ ਮਰਨ ਤੋਂ ਬਾਅਦ ਉਹਦਾ ਲੇਖਾ ਹੁੰਦਾ ਏ। ਜਿਉਂਦੇ ਜੀ ਵੀ ਉਹ ਪ੍ਰਮਾਤਮਾ ਦੀਆਂ ਨਜ਼ਰਾਂ 'ਚ ਪ੍ਰਵਾਨ ਹੈ ਤੇ ਮਰਨ ਤੋਂ ਬਾਅਦ ਵੀ ਉਹ ਰੱਬ ਦੀਆਂ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਂਦਾ ਏ। ਮਹਾਰਾਜ ਕਹਿੰਦੇ ਫਲ ਤਵੇ ਹੋ ਪਾਈ ਹੈ, ਜੇ ਵੇਹੀ ਕਾਰ ਕਮਾਈ ਹੈ। ਜਿੱਦਾਂ ਦਾ ਕੰਮ ਕਰਾਂਗੇ ਉਦਾਂ ਦਾ ਫਲ ਮਿਲੇਗਾ। ਚੰਗਾ ਕੰਮ ਕਰਾਂਗੇ ਚੰਗਾ ਫਲ ਮਿਲੇਗਾ, ਮਾੜਾ ਕੰਮ ਕਰਾਂਗੇ ਤੇ ਭਾਗਾਂ ਵਾਲਿਓ ਦੁੱਖ ਭੋਗਣੇ ਪੈਣਗੇ, ਉਹਦਾ ਫਲ ਵੀ ਮਾੜਾ ਹੀ ਪ੍ਰਾਪਤ ਹੋਵੇਗਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹਨੂੰ ਨਾਮ ਮਿਲ ਗਿਆ ਉਹਦਾ ਫਿਰ ਲੇਖਾ ਜੋਖਾ ਨਹੀਂ ਹੁੰਦਾ, ਉਹ ਰੱਬ ਦੇ ਘਰ ਵਿੱਚ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ ਏ। ਸੋ ਸਾਧ ਸੰਗਤ, ਇਸ ਪੂਰੇ ਸ਼ਬਦ ਦੀ ਵਿਚਾਰ ਕਰਦਿਆਂ ਇੱਕ ਨਹੀਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ ਹਨ। ਸਤਿਗੁਰੂ ਪਾਤਸ਼ਾਹ ਬਖਸ਼ਣ ਯੋਗ ਹੈ। ਧੰਨਵਾਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਧੰਨਵਾਦ ਇੱਥੋਂ ਦੇ ਹੈੱਡ ਗ੍ਰੰਥੀ ਗਿਆਨੀ ਹਰਨਾਮ ਸਿੰਘ, ਧੰਨਵਾਦ ਸਾਰੀਆਂ ਰੱਬ ਵਰਗੀਆਂ ਸੰਗਤਾਂ ਦਾ, ਧੰਨਵਾਦ ਮੇਰੇ ਦੀਨ ਦੁਨੀਆ ਦੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ। ਅੱਜ ਦੀ ਵਿਚਾਰ ਸਾਡੇ ਹਿਰਦੇ ਵਿੱਚ ਵਸ ਜਾਵੇ, ਸਾਡੇ ਜੀਵਨ ਦਾ ਹਿੱਸਾ ਬਣ ਜਾਵੇ। ਕਥਾ ਕਰਦਿਆਂ ਹੋਈਆਂ ਭੁੱਲਾਂ ਮਾਫ ਕਰ ਦੇਣੀਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।